ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਜੁੜੇ ਹਨ ਦਿਵਿਆ ਪੁੰਜ ਜਿਹੜੇ ਕਿ ਸੀਪੀਏ ਹੈ। ਦਿਵਿਆ ਜੀ ਵੈਲਕਮ ਟੂ ਨੈਸ਼ਨਲ ਟਾਈਮਸ। Thank you. ਤੇ ਦਿਵਿਆ ਜੀ ਬਾਰੇ ਥੋੜੀ ਜਾਣਕਾਰੀ ਹੈ। ਮੋਰ ਦੈਨ 1 ਡੈਕੇਡ ਸ਼ੀ ਇਜ਼ ਇਨ ਟੈਕਸ ਬਿਜ਼ਨਸ ਲਾਈਕ ਟੈਕਸ ਫਾਈਲਿੰਗ ਬੈਨੀਫਿਟ ਸਾਰਾ ਲਈ ਸਾਡੇ ਲਈ ਹੈਗਾ ਜਿਹੜੇ ਆਪਾਂ ਬਿਜ਼ਨਸ ਕਰਦੇ ਹਾਂ ਔਰ ਬਿਜ਼ਨਸ ਤੋਂ ਬਾਅਦ ਜਿਹੜਾ ਅਸੀਂ ਟੈਕਸ ਪੇ ਕਰਨਾ ਹੁੰਦਾ ਸ਼ੀ ਇਜ਼ देयर ਟੂ ਹੈਲਪ ਅਸ ਆਊਟ ਐਂਡ ਅਲਬਰਟਾ ਦੇ ਵਿੱਚ ਕੈਲਗਰੀ ਤੋਂ ਆਪਣਾ ਆਫਿਸ ਸੈਪਰੇਟ ਕਰਦੇ ਆ ਔਰ ਵਿਨੀਪੈਗ 'ਚ ਵੀ ਇਹਨਾਂ ਦਾ ਆਫਿਸ ਹੈਗਾ ਐਂਡ ਈਸਟ ਔਰ ਵੈਸਟ ਕੋਸਟ ਵੀ ਇਹਨਾਂ ਦੇ ਸੈਟੇਲਾਈਟ ਆਪਣੇ ਆਫਿਸ ਹੈਗੇ ਆ। ਤੇ ਦਿਵਿਆ ਜੀ ਫਸਟ ਆਫ ਆਲ ਤਾਂ ਹੁਣ ਜਿੱਦਾਂ ਟੈਕਸ ਦਾ ਸੀਜ਼ਨ ਆ ਗਿਆ ਤੇ ਟੈਕਸ ਦਾ ਨਾਮ ਲੈਂਦੇ ਹੀ ਪਹਿਲਾਂ ਸਭ ਨੂੰ ਕਰੰਟ ਦੌੜ ਜਾਂਦਾ ਵੀ ਟੈਕਸ ਪੇ ਕਰਨਾ ਪੈਣਾ ਕਿਉਂਕਿ ਜਿਹੜਾ ਪੈਸਾ ਅਸੀਂ ਕਮਾਉਂਦੇ ਉਹਦਾ ਕਾਫੀ ਹਿੱਸਾ ਜਿਹੜਾ ਟੈਕਸ ਦੇ ਵਿੱਚ ਜਾਂਦਾ ਸਾਡਾ ਆਈਦਰ ਅ ਬਿਜ਼ਨਸਮੈਨ ਹੋਏ ਜਾਂ ਕੋਈ ਪਰਸਨਲ ਆਪਾਂ ਜੌਬ ਕਿੱਥੇ ਕਰਦੇ ਆ ਰਾਈਟ। ਸੋ ਟੈਕਸ ਇਜ਼ ਅ ਮੇਨ ਲਾਇਬਿਲਿਟੀ ਫॉर ਅਸ ਜਦ ਕਿ ਉਹ ਲਾਇਬਿਲਿਟੀ ਨਹੀਂ ਹੈ ਬਟ ਉਹਨੂੰ ਲਾਇਬਿਲਿਟੀ ਸਮਝਿਆ ਜਾਂਦਾ। ਤੇ ਵਾਟ ਡੂ ਯੂ ਥਿੰਕ ਕਿ ਜਿੱਦਾਂ ਟੈਕਸ ਦੀ ਡੈਡਲਾਈਨ ਨੇੜੇ ਆਉਂਦੀ ਹੈ ਉਦਾਂ ਇੱਕ ਤਾਂ ਦਿਲ ਦਾ ਧੜਕਣਾ ਤੇਜ਼ ਹੁੰਦਾ ਹੈ। ਤਾਂ ਵਾਟ ਡੂ ਯੂ ਥਿੰਕ ਜਿਹੜਾ ਟੈਕਸ ਡੈਡਲਾਈਨ ਤੋਂ ਪਹਿਲੇ ਟੈਕਸ ਪੇ ਕਰਨਾ ਇਜ਼ ਬੈਟਰ ਜਾਂ ਉਹਦੇ ਲਈ ਪਲਾਨ ਵੇਟ ਕਰਦੇ ਰਹਿੰਦੇ ਕਿ 30th ਅਪ੍ਰੈਲ ਆਏ ਤੇ ਆਪਾਂ ਟੈਕਸ ਪੇ ਕਰੀਏ। ਵਾਟ ਡੂ ਯੂ ਸੁਜੈਸਟ ਔਨ ਦੈਟ? ਮੇਰੀ ਸੁਜੈਸ਼ਨ ਤਾਂ ਇਹੀ ਰਹਿੰਦੀ ਹੈ ਕਿ ਜਿੰਨਾ ਅਰਲੀ ਤੁਸੀਂ ਫਾਈਲ ਕਰ ਸਕਦੇ ਹੋ ਉਨਾ ਹੀ ਤੁਹਾਡੇ ਲਈ ਬੈਟਰ ਰਹਿੰਦਾ। ਇੱਕ ਤਾਂ ਤੁਹਾਨੂੰ ਪਲੈਨਿੰਗ ਦਾ ਪਤਾ ਲੱਗਦਾ ਕਿ ਕਿੰਨਾ ਕੁ ਸਾਨੂੰ ਸ਼ਾਇਦ ਟੈਕਸ ਪੇ ਕਰਨਾ ਪਵੇ ਜਾਂ ਰੀਫੰਡ ਆ ਰਿਹਾ ਤੁਹਾਨੂੰ ਤਾਂ ਉਹਦਾ ਅਸੀਂ ਕੀ ਯੂਜ਼ ਕਰ ਸਕਦੇ ਹਾਂ ਰਾਈਟ। ਯੂਜੂਲੀ April 30th ਦਾ ਡੈਡਲਾਈਨ ਹੁੰਦੀ ਆ ਪੇ ਕਰਨ ਦੀ ਟੈਕਸਸ ਲਈ। ਜੇ ਤੁਸੀਂ ਸੈਲਫ ਇੰਪਲੋਇਡ ਆ ਤਾਂ ਸ਼ਾਇਦ June 15th ਤੱਕ ਤੁਹਾਡੀ ਫਾਈਲਿੰਗ ਹੋਗੀ ਪਰ ਡਿਊ ਡੇਟ ਟੈਕਸਸ ਪੇ ਕਰਨ ਲਈ ਇਜ਼ April 30th ਰਾਈਟ। ਇਹ ਆਪਾਂ ਗੱਲ ਕਰਦੇ ਹਾਂ ਪਰਸਨਲ ਟੈਕਸ ਦੀ। ਹਾਂਜੀ। ਸਪੋਜ਼ ਪਰਸਨਲ ਟੈਕਸ ਪੇ ਕਰਨਾ ਤੇ ਇੰਡੀਵਿਜੂਅਲ ਨੂੰ ਕੀ ਪ੍ਰਿਪੇਅਰ ਕਰਨਾ ਚਾਹੀਦਾ ਬਿਫੋਰ ਹੀ ਇਜ਼ ਗੋਇੰਗ ਟੂ ਪੇ ਦਾ ਟੈਕਸ? ਜੇ ਤੁਸੀਂ ਸੈਲਰੀਡ EMPLOYEE ਆ ਜਾਂ ਆਵਰਲੀ ਆ ਤੁਹਾਨੂੰ T4 ਸਲਿਪਸ ਆਉਗੇ ਰਾਈਟ ਤੁਹਾਡੇ EMPLOYER ਤੋਂ ਤੁਹਾਨੂੰ ਉਹਨਾਂ ਦੀ ਇੱਕ ਕਾਪੀ ਚਾਹੀਦੀ ਹੁੰਦੀ ਹੈ ਰਾਈਟ। ਜੀ ਜੀ। ਅੱਗੇ ਜੇ ਤੁਸੀਂ ਇਨਵੈਸਟਮੈਂਟਸ ਕੀਤੇ ਆ ਤੁਹਾਡੇ T5 ਸਲਿਪਸ T3 ਸਲਿਪਸ ਉਹ ਸਾਰੇ ਤੁਹਾਨੂੰ ਮੇਲ ਦੇ ਵਿੱਚ ਆਉਗੇ। ਉਹਨਾਂ ਲਈ ਯੂ ਨੀਡ ਟੂ ਹੈਵ ਆਲ ਆਫ ਦੈਟ ਇਨਫੋਰਮੇਸ਼ਨ ਅਵੇਲੇਬਲ ਐਂਡ ਦੈਨ ਬਾਕੀ ਦੀ ਇਨਫੋਰਮੇਸ਼ਨ ਜੇ ਤੁਹਾਡੇ ਕੋਲ ਕੋਈ ਮੈਡੀਕਲ ਐਕਸਪੈਂਸਿਸ ਆ ਜੇ ਤੁਸੀਂ ਆਪ ਆਊਟ ਆਫ ਪਾਕਟ ਪੇ ਕੀਤੇ ਆ ਜਾਂ ਡੋਨੇਸ਼ਨ ਰਿਸੀਟਸ ਹੋ ਗਈਆਂ ਇਦਾਂ ਦੀਆਂ ਹੋਰ ਵੀ ਦੇਰ ਇਜ਼ ਅ ਫਿਊ ਥਿੰਗਸ ਦੈਟ ਯੂ ਨੀਡ ਇਨ ਆਰਡਰ ਟੂ ਡੂ ਯਰ ਫਾਈਲਿੰਗ। ਜੇ ਉਹ ਤੁਹਾਡੇ ਕੋਲ ਸਾਰਾ ਕੁਝ ਅਵੇਲੇਬਲ ਆ ਆਫਟਰ ਦੈਟ ਗੋ। ਤੁਸੀਂ ਗੱਲ ਕੀਤੀ ਮੈਡੀਕਲ ਬਿਲਸ ਦੀ। ਹਾਂਜੀ। ਹੁਣ ਜਿਨ੍ਹਾਂ ਕੋਲ ਤਾਂ ਹੈਲਥ ਬੈਨੀਫਿਟਸ ਹੁੰਦੇ ਆ ਹਾਂਜੀ ਉਹ ਤਾਂ ਚਲੋ ਹੈਲਥ ਕਵਰ ਕਰ ਲੈਂਦੀ ਹੈ ਪਰ ਜਿਹੜੇ ਖੁਦ ਟ੍ਰੀਟਮੈਂਟ ਕਰਵਾਉਂਦੇ ਲੋਕ ਹਾਂਜੀ ਕਿਹੜੇ ਐਸੀ ਜਿਹੜੀ ਕਿ ਟੈਕਸ ਦੇ ਵਿੱਚ ਪੈ ਸਕਦੇ ਆ ਮੈਡੀਕਲ ਬਿਲਸ? ਉਹਦੀ ਕੋਈ ਲਿਮਿਟ ਹੈ ਕਿ ਲਿਮਿਟ ਹੈਗੀ ਹੈ ਡਿਪੈਂਡ ਕਰਦਾ ਹੁੰਦਾ ਕਿ ਇਫ ਇਟਸ ਐਸੈਂਸ਼ੀਅਲ ਮੈਡੀਕਲ ਐਕਸਪੈਂਸਿਸ ਹੋ ਗਏ ਤੁਹਾਡੇ ਐਂਡ ਇਵਨ ਜੇ ਤੁਹਾਡੀ ਹੈਲਥ ਕਵਰੇਜ ਹੈਗੀ ਵੀ ਆ ਸਮਟਾਈਮਸ ਇਟਸ ਓਨਲੀ 80% ਕਵਰਡ। ਜੇ 20% ਤੁਸੀਂ ਆਊਟ ਆਫ ਪਾਕਟ ਦੇ ਰਹੇ ਆ ਲੋਕੀ ਉਹ ਭੁੱਲ ਜਾਂਦੇ ਕਿ ਤੁਸੀਂ ਉਹ ਕਲੇਮ ਕਰ ਸਕਦੇ ਹੋ। ਓਕੇ ਦੈਟ ਕੈਨ ਆਲਸੋ ਬੀ ਕਲੇਮ। ਸੋ ਜੇ 80% ਤੁਹਾਡੇ ਕੰਪਨੀ ਨੇ ਕਵਰ ਕੀਤਾ 20 ਤੁਸੀਂ ਆਊਟ ਆਫ ਪਾਕਟ ਦਿੱਤਾ ਬ੍ਰਿੰਗ ਦੋਜ਼ ਰਿਸੀਟਸ ਐਸ ਵੈਲ ਰਾਈਟ ਬਿਕਾਜ਼ ਦੋਜ਼ ਕੈਨ ਬੀ ਕਵਰਡ। ਓਕੇ ਤੇ ਵਾਟ ਅਬਾਊਟ ਦ ਕਾਰਪੋਰੇਸ਼ਨਸ? Corporations ਉਹਨਾਂ ਦੀ filings for sure for them when it comes to filing theirs is due 6 months after their year end right। ਉਹ depend ਕਰਦਾ ਹੁੰਦਾ ਕਿ ਉਹਨਾਂ ਦਾ year end ਕਦੋਂ ਆ। let's say June 30th ਨੂੰ ਉਹਨਾਂ ਦਾ year end ਆ ਉਹਨਾਂ ਦੀ filing due December ਚ ਪਰ pay ਉਹਨਾਂ ਨੂੰ taxes ਆਪਣੇ 3 months to 2 months after tax year pay ਕਰਨੇ ਪੈਂਦੇ ਆ। ਉਹ ਜਿੰਨਾ ਜਲਦੀ ਆਪਣੀ filing ਕਰੋਗੇ ਜਿੰਨੇ ਜਲਦੀ ਆਪਣੀ taxes pay ਕਰੋਗੇ ਉਨਾ ਹੀ ਉਹਨਾਂ ਨੂੰ planning ਦੇ ਵਿੱਚ help ਆਉਂਦੀ ਹੈ right when it comes to cash flow management। ਓਕੇ ਤੇ ਜੇ ਆਪਾਂ ਗੱਲ ਕਰਦੇ ਹਾਂ ਟੈਕਸ ਸੇਵਿੰਗ ਦੀ ਹਾਂਜੀ ਤੇ ਕਿੱਦਾਂ ਦੀ ਕੋਈ ਐਸੀ ਚੀਜ਼ਾਂ ਹੈਗੀਆਂ ਜਿਸ 'ਚ ਟੈਕਸ ਸੇਵ ਹੋ ਸਕਦਾ? there's a lot of tools that can be used right ਜੀ। ਜੇ ਅਸੀਂ ਦੇਖੀਏ ਸਾਡੀ ਕਮਿਊਨਿਟੀ ਜਿਹੜੀ ਆ they're really good at saving but ਪੈਸੇ ਜੋੜ ਤਾਂ ਲੈਂਦੇ ਆ ਪਰ ਉਹਨਾਂ ਨੂੰ ਕਿਤੇ ਰੱਖਦੇ ਨਹੀਂ ਰਾਈਟ। ਜਿੱਥੇ ਉਹ ਤੁਹਾਡੀ ਇਨਵੈਸਟਮੈਂਟ ਵਧੇ ਤਾਂ ਤੁਹਾਡੇ ਕੋਲ ਫਿਊਚਰ ਦੇ ਵਿੱਚ ਜ਼ਿਆਦਾ ਪੈਸੇ ਹੋਣ ਰਾਈਟ। ਜੀ। there's a few things that the government provides us that allows us to take advantage of this। ਇੱਕ ਤਾਂ ਤੁਹਾਡਾ RRSP accounts right registered retirement savings plan ਜਿਹੜਾ ਹੁੰਦਾ ਉਹਦੇ ਵਿੱਚ ਤੁਸੀਂ ਆਪਣੀ ਮਨੀ ਬਿਫੋਰ ਟੈਕਸਸ ਪਾ ਸਕਦੇ ਆ ਰਾਈਟ। ਉਹ ਟੈਕਸ ਡਿਡਕਟੇਬਲ ਬਣ ਜਾਂਦਾ ਤੁਹਾਡਾ ਸੋ ਉਹ ਇਸ ਸਾਲ ਦੇ ਵਿੱਚ ਉਹ ਪੈਸੇ ਤੇ ਤੁਹਾਨੂੰ ਟੈਕਸ ਨਹੀਂ ਪੈਂਦਾ। ਤੁਸੀਂ ਅੱਗੇ ਜਾ ਕੇ ਰਿਟਾਇਰਮੈਂਟ ਜਦੋਂ ਤੁਸੀਂ ਪੈਸੇ ਕੱਢੋਗੇ ਉਸ ਟਾਈਮ ਤੇ ਤੁਹਾਡਾ ਜਿਹੜਾ ਟੈਕਸ ਹੈ ਉਹ ਵੀ ਘੱਟ ਹੋਣਾ ਤੁਸੀਂ ਘੱਟ ਟੈਕਸ ਬ੍ਰੈਕਟ 'ਚ ਹੋਵੋਗੇ ਸੋ ਯੂ ਪੇ ਲੈਸ ਟੈਕਸ ਐਟ ਦੈਟ ਟਾਈਮ ਸੋ ਓਵਰਆਲ ਤੁਹਾਡੀ ਟੈਕਸ ਸੇਵਿੰਗ ਹੁੰਦੀ ਹੈ। ਬਟ ਜੇ ਆਪਾਂ ਟੈਕਸ 'ਚ ਸਪੋਜ਼ ਤੁਸੀਂ RRSP ਦੀ ਗੱਲ ਕੀਤੀ ਹੈ ਸਪੋਜ਼ ਵੀ ਇਨਵੈਸਟ ਮਨੀ ਔਨ ਦੈਟ ਸੋ ਵੀ ਆਰ ਨਾਟ ਪੇਇੰਗ ਦੈਟ ਮਚ ਟੈਕਸ ਆਫ ਦੋਜ਼ ਮਨੀ ਆਪਣੀ ਅਰਨਿੰਗ 'ਚ ਸਪੋਜ਼ $20,000 ਮੈਂ RRSP 'ਚ ਪਾਤਾ so I'm not paying tax for 20,000 for now? Yes. Okay. So let's say you made $100,000 this year. ਤੁਸੀਂ 20,000 ਕੱਢ ਕੇ ਆਪਣੇ RRSP 'ਚ ਪਾਤਾ ਹੁਣ ਤੁਹਾਡੀ $80,000 ਦੇ ਟੈਕਸਸ ਲੱਗਣੇ ਆ ਇਸ ਸਾਲ।
ਉਹ Okay. ਜਿਹੜਾ 20000 ਦਾ ਤੁਸੀਂ ਇਨਵੈਸਟ ਕਰ ਦਿੱਤਾ ਉਹ Mhm. ਲੈਟਸ ਸੇ 5% ਇੰਟਰਸਟ ਤੇ ਉਹ ਅਕਰੂ ਹੋ ਰਿਹਾ ਸਾਲ every year, right? Now 20 years down the road ਜਦੋਂ ਤੁਸੀਂ ਉਹ ਪੈਸਾ ਕੱਢਣਾ ਇੱਕ ਤਾਂ ਤੁਹਾਡੀ ਟੈਕਸ ਬ੍ਰੈਕਟ ਚੇਂਜ ਹੋ ਜਾਂਦੀ ਹੈ ਰਿਟਾਇਰਮੈਂਟ 'ਚ most of the time ਇੰਨੇ ਪੈਸੇ ਨਹੀਂ ਚਾਹੀਦੇ ਹੁੰਦੇ to run your daily household ਬੱਚੇ ਵੀ ਚਲੇ ਗਏ ਆ ਰਾਈਟ ਉਹਨਾਂ ਦੀ ਆਪਣੀ ਫੈਮਿਲੀ ਆ ਸੋ ਉਸ ਟਾਈਮ ਤੇ ਤੁਸੀਂ ਕੱਢਣੇ ਵੀ ਯੂਜੂਲੀ ਘੱਟ ਹੁੰਦੇ ਆ ਪੈਸੇ ਸੋ ਉਸ ਟਾਈਮ ਤੇ ਤੁਹਾਡਾ ਟੈਕਸ ਜਿਹੜਾ ਪੈਣਾ ਉਹ ਘੱਟ ਪੈਣਾ ਬਟ ਟੈਕਸ ਤਾਂ ਪੇ ਗਈ ਪਊਗਾ ਉਹ ਤਾਂ ਪੈਣਾ ਹੀ ਆ ਉਹ ਤਾਂ ਦੇਣਾ ਹੀ ਪੈਣਾ ਮੀਨਸ ਅੱਜ ਤੁਸੀਂ ਕਿਸੇ ਚੀਜ਼ ਤੇ ਤੁਸੀਂ ਡਿਫਰ ਕਰ ਡੈਫਰ ਕਰ ਜਾਂਦੇ ਹੋ ਬਿਕੋਜ਼ ਅੱਜ ਮੈਂ ਤਾਂ ਕਹਿੰਦਾ ਵੀ 20000 ਤੇ ਸਪੋਜ਼ ਮੈਨੂੰ 5000 ਪੈਂਦਾ ਹਾਂਜੀ ਤੇ ਆਫਟਰ that time it will be a 2 or 3000 ਐਗਜ਼ੈਕਟਲੀ and it's saving ਹੋਏਗੀ Yeah. okay so beyond avoiding the penalties it's a good idea to pay early tax ਹਾਂਜੀ ਸੋ when we do filings right Mhm. ਜੇ ਅਸੀਂ ਫਾਈਲ ਨਹੀਂ ਕਰਦੇ on time ਤਾਂ ਸਾਨੂੰ ਪੈਨਲਟੀ ਪੈਂਦੀ ਹੈ let's say ਕਿ we owe taxes Mhm. and we don't file on time ਤਾਂ ਸਾਨੂੰ ਇੱਕ Okay. ਤਾਂ ਪੈਨਲਟੀ ਪੈਣੀ ਹੈ ਉਸ ਤੇ ਪੈਨਲਟੀ ਤੇ ਵੀ ਇੰਟਰਸਟ ਪੈਣਾ until we don't pay the penalty ਪਲੱਸ ਜੋ ਵੀ ਅਮਾਉਂਟ ਤੁਸੀਂ ਪੇ ਕਰਨਾ ਸੀ ਨਹੀਂ ਪੇ ਕੀਤਾ ਉਹਦੇ ਤੇ ਵੀ ਇੰਟਰਸਟ ਪੈਣਾ ਸੋ ਤੁਹਾਡੇ Okay. ਪੈਸੇ ਜਿਹੜੇ ਆ ਉਹ ਜ਼ਿਆਦਾ ਲੱਗਦੇ ਆ it's like a compound interest exactly so it's better even if you have amounts owed and you can't pay right now filing ਕਰ ਦੋ at least ਤੁਹਾਨੂੰ penalty ਨਹੀਂ ਪੈਂਦੀ okay right file beforehand in advance ਜਿਹੜੇ ਸਮਾਲ ਬਿਜ਼ਨੈਸਸ ਹੁੰਦੇ ਆ ਉਹਨਾਂ ਨੂੰ ਇਹ ਚੀਜ਼ ਇੰਪਲੀਮੈਂਟ ਕਰਨੀ ਹੋਵੇ ਕੁਝ what's on that taxes So when it comes to small businesses and taxes, one of the biggest things is apne records clean rakho. A lot of the issues that small businesses are facing is records apne clean nahi rakhte, CRA audit aa jandi hai. CRA audit aandi hai, then they scramble, try kar rahe hunde hai कि सारी information available हो. जी, जी. Best है कि तुसी अपने personal expenses ते अपने business expenses ਨੂੰ separate ਰੱਖੋ, right? ਤੁਹਾਡੇ ਲਈ ਵੀ easier ਰਹਿੰਦਾ, accountant ਲਈ ਵੀ easier ਰਹਿੰਦਾ, CRA ਲਈ ਵੀ easier ਰਹਿੰਦਾ. Right? Mhm. Other thing is installments. So a lot of corporations, if you owe more than $3,000, जी you have to start paying installments the next year in Okay. taxes. Okay. If you don't pay those installments, ਉਹਦੇ ਤੇ ਵੀ ਤੁਹਾਨੂੰ interest ਲੱਗਦਾ, okay right? So if you don't pay the installments, you're gonna incur more costs. ਤੁਹਾਡੀ interest cash pay flow- interest interest pay interest Exactly. And okay ਉਹ compound ਵੀ daily ਹੁੰਦਾ. Okay. So it's expensive if you don't take care of it. And is there small things you can do? Oh, ਜਿਹੜੇ installments ਤੁਸੀਂ ਦੇ ਰਹੇ ਆ, that's just gonna help you at the end of the year. ਬਿਲਕੁਲ You're just ਠੀਕ ਹੈ। ਤੁਹਾਡੀ cash flow ਦੇ ਵਿੱਚ ਤੁਹਾਨੂੰ ਮਦਦ ਕਰ ਰਿਹਾ। ਕੁਝ ਚੀਜ਼ਾਂ 'ਚ ਨਾ ਕੁਝ ਹੁੰਦੀਆਂ ਕਿ ਲਾਈਕ ਹਸਬੰਡ ਵਾਈਫ ਜਿਹੜੇ ਹੁੰਦੇ ਆ ਹਾਂਜੀ ਉਹਨਾਂ ਦਾ ਕੰਬਾਈਨਡ ਟੈਕਸ ਹੁੰਦਾ ਹਾਂਜੀ ਬਟ ਸਮ ਟਾਈਮ ਦੇ ਵਾਂਟ ਕਿ ਨਹੀਂ ਮੇਰਾ ਟੈਕਸ ਬ੍ਰੈਕਟ ਅਲੱਗ ਹੋਏ ਮੇਰੀ ਵਾਈਫ ਦੀ ਅਲੱਗ ਹੋਏ ਇਜ਼ ਇਟ ਪੋਸੀਬਲ ਟੂ ਡੂ ਦੈਟ yeah, you can file separately, right? ਮਤਲਬ Usually- ਸਪੋਜ਼ ਕੋਈ 10 ਸਾਲ ਜਾਂ 15 ਸਾਲ ਤੋਂ ਲਗਾਤਾਰ ਇਕੱਠੇ ਕਰਦੇ ਆ ਰਹੇ ਆ ਅਚਾਨਕ ਉਹ ਕਹਿੰਦੇ ਕਿ ਵੀ ਡੋਨਟ ਵਾਂਟ ਟੂ ਬੀ ਮੀਨਸ ਰਹਿੰਦੇ ਇਕੱਠੇ ਹੀ ਆ ਬਟ ਦੇ ਹਾਂਜੀ। ਡੋਨਟ ਵਾਂਟ ਟੂ ਬੀ ਅ ਸੇਮ ਟੈਕਸ ਬ੍ਰੈਕਟ ਉਹ ਕਹਿੰਦੇ ਕਿ ਮੈਂ ਆਪਣੇ ਟੈਕਸਸ ਖੁਦ ਪੇ ਕਰਨਾ ਚਾਹੁੰਦਾ ਕਿ ਮੇਰੀ ਲਾਇਬਿਲਿਟੀਜ਼ ਮੇਰੇ ਤੱਕ ਰਹਿਣ ਹਾਂਜੀ। ਮੇਰੀ ਵਾਈਫ ਦੀ ਉਹਦੇ ਤੱਕ ਰਹਿਣ Yeah. ਸੋ ਇਜ਼ ਇਟ ਪੋਸੀਬਲ ਟੂ ਮੇਕ ਚੇਂਜਸ ਔਨ ਦੈਟ Yeah, I mean, you still have to identify ਕਿ you are married, right? And ਤੁਹਾਨੂੰ ਤੁਹਾਡੀ ਜਿਹੜਾ tax form ਹੁੰਦਾ ਉਹਦੇ ਵਿੱਚ ਲਿਖਣਾ ਪੈਂਦਾ ਕਿ ਤੁਹਾਡੀ wife ਦਾ ਨਾਮ ਕੀ ਹੈ, ਜੀ, ਜੀ, husband ਜੀ, ਦਾ ਜੀ। ਨਾਮ ਕੀ ਹੈ, ਉਹਨਾਂ ਦੇ SIN number ਕੀ ਹੈ, ਹਮ, right? ਹਮ, ਹਮ। But ਤੁਸੀਂ ਆਪਣੇ separate filing ਕਰ ਸਕਦੇ ਆ। ਉਹ ਬਸ filing together ਦਾ ਮਤਲਬ ਇਹੀ ਹੁੰਦਾ ਕਿ ਤੁਹਾਡੀ optimization ਹੋ ਜਾਂਦੀ ਹੈ। ਓਕੇ Thinking ਇਹ ਆਉਂਦੀ ਹੈ ਕਿ ਇੱਕੋ ਘਰ ਦੇ ਵਿੱਚ ਪੈਸੇ ਕੀ ਅਕਾਊਂਟ 'ਚ ਜਾ ਰਿਹਾ ਹੈ, right? So ਜੇ ਉੱਥੇ ਕਿਤੇ ਸੇਵਿੰਗ ਹੋ ਸਕਦੀ ਹੈ by balancing it out a bit better than to do that. ਜੇ ਤੁਸੀਂ ਨਹੀਂ ਹੋ ਚਾਹੁੰਦੇ you can ਮਤਲਬ ਦਾ ਬੈਨੀਫਿਟ ਇਹ ਜੇ ਜੁਆਇੰਟ ਵੀ ਤੁਸੀਂ ਕਰਦੇ ਹੋ ਹਾਂਜੀ ਉਹਦਾ ਵੀ ਬੈਨੀਫਿਟ ਹੀ ਹੁੰਦਾ। I do have some clients that do ਜੀ, ਜੀ। separate, but ਉਹ ਡਿਪੈਂਡ ਕਰਦਾ ਉਹ ਸਾਰਿਆਂ ਦੀ ਆਪਣੀ ਆਪਣੀ ਉਹ ਮੇਰੇ ਖਿਆਲ ਜੇ ਸੋਚ ਬਿਜ਼ਨੈਸਸ ਹੁੰਦੀ ਹੈ। ਅਲੱਗ ਹੋਣ ਤਾਂ ਉਸ ਚੀਜ਼ ਪੈਂਦੀ ਕਿ ਉਹਦੇ ਡਿਫਰੈਂਟ ਬਿਜ਼ਨਸ ਹੈ ਮੇਰਾ ਆਪਣਾ ਬਿਜ਼ਨਸ ਹੈ Exactly. ਬਟ ਨਾਟ ਇਨ ਦਾ ਜੇ ਅਰਨਿੰਗਸ ਜੇ ਤੁਸੀਂ ਸੈਲਰੀਡ ਹੋ ਦੈਨ ਇਟਸ ਆਲਵੇਜ਼ ਗੁੱਡ ਜੇ ਜੁਆਇੰਟ ਤੁਸੀਂ ਲੈ ਕੇ ਚੱਲਦੇ ਹੋ ਟੈਕਸਸ ਹਾਂਜੀ ਠੀਕ ਹੈ ਐਂਡ ਵਾਟ ਬੇਸਿਕ ਟਿਪਸ ਯੂ ਵਾਂਟ ਟੂ ਗਿਵ ਟੂ ਦ ਵਿਊਅਰਸ ਫॉर ਦ ਟੈਕਸ ਬ੍ਰੈਕਟਸ okay so tax brackets I think when it comes to saving ਤੁਸੀਂ ਜਿਹੜੇ ਮਰਜ਼ੀ tax bracket ਤੇ ਕਰ ਸਕਦੇ ਹੋ ਜੀ, ਜੀ। if you're making $15,000 ਤੁਸੀਂ ਉਹਦੇ ਤੇ ਵੀ saving ਕਰ ਸਕਦੇ ਹੋ ਤੁਸੀਂ ਆਪਣੀ saving ਆਪਣੇ ਪੈਸੇ side ਤੇ ਰੱਖੋ put that into your TFSA account that's a tax free saving account ਜਿਹੜਾ income ਤੁਹਾਨੂੰ ਬਾਅਦ ਚੋਂ ਆ ਰਹੀ ਹੈ ਉਹ ਜੇ money ਤੁਸੀਂ tax free saving account ਦੇ ਵਿੱਚ ਪਾਉਂਦੇ ਆ ਉਹਦੇ ਤੇ ਜਿੰਨੀ ਵੀ ਤੁਹਾਡੀ interest ਆਉਂਦਾ ਤੁਹਾਡੀ dividend income ਆਉਂਦੀ ਹੈ ਜੋ ਵੀ ਆਉਂਦਾ ਉਹਦੇ ਤੇ tax ਨਹੀਂ ਲੱਗਦਾ ਓਕੇ right and it's a safer way to invest right ਠੀਕ ਹੈ ਉਹਦੇ ਤੇ ਵੀ ਤੁਹਾਡੀ ਸੇਵਿੰਗਸ ਹੋਊਗੀ ਹਮ। ਉਹਦੇ ਤੇ ਵੀ ਤੁਸੀਂ ਮਨੀ ਅਰਨ ਕਰ ਸਕਦੇ ਹੋ ਰਾਈਟ ਜੀ ਜੀ ਐਂਡ ਸਪੈਸ਼ਲੀ ਜਿਹੜੇ ਯੰਗ ਬੱਚੇ ਆ ਜਿਹੜੇ ਸ਼ੁਰੂ ਕਰ ਰਹੇ ਹੁੰਦੇ ਆ ਇੱਥੇ 18 ਤੋਂ ਬਾਅਦ ਤੁਹਾਡਾ TFSA ਅਕਾਊਂਟ ਦਾ ਜਿਹੜਾ ਕੰਟਰੀਬਿਊਸ਼ਨ ਹੁੰਦਾ ਉਹ ਵਧਣਾ ਸ਼ੁਰੂ ਹੋ ਜਾਂਦਾ ਓਕੇ so it's best to do that as you go up you want to once you have an emergency fund available at Mhm. home right ਕਿ ਤੁਹਾਡੇ 3 to 6 months ਦੇ ਜਿੰਨੇ ਵੀ ਤੁਹਾਡੇ ਖਰਚੇ ਹੈਗੇ ਆ ਹਾਊਸ ਤੇ
ਉਹ ਤੁਸੀਂ ਸਾਈਡ ਤੇ ਰੱਖ ਲਏ ਉਸ ਤੋਂ ਬਾਅਦ you want to take that money and invest it into mutual funds and Okay. information. And if you need more information, you can always come out and talk to me, right? Definitely. Yeah. And what do you want to give a tips for the small business for their savings? For their savings, again, same thing. Separate your accounts, right? Detailed transactions rakho apne jinne tusi, the more you're on top of your business, the more you save. क्योंकि थानू पता रहता कि कित्थे की जा रहा है, and you can work with accountants like me and others to know कि थाडे कित्थे पैसे खर्च हो रहे हैं, is it necessary, is it not necessary, that helps you save. ਜਿਵੇਂ ਇੱਕ ਚੀਜ਼ ਹੋਰ ਆਉਂਦੀ ਹੈ ਕਿ ਇੱਕ ਹੁੰਦਾ ਹੈ ਕਿ ਅਕਾਊਂਟੈਂਟ ਜਿਨ੍ਹਾਂ ਕੋਲ ਲੋਕ ਟੈਕਸ ਲਈ ਜਾਂਦੇ ਆ, ਹਾਂਜੀ। ਇੱਕ ਹੁੰਦਾ ਸੀਪੀਏ ਲਾਈਕ ਯੂ ਆਰ, ਹਾਂਜੀ। ਸੋ ਅਕਾਊਂਟੈਂਟ ਔਰ ਸੀਪੀਏ ਦੇ ਵਿੱਚ ਆਪਾਂ ਕੀ ਡਿਫਰੈਂਸ਼ੀਏਟ ਕਰ ਸਕਦੇ ਹਾਂ ਚੀਜ਼ A lot ਲਾਈਕ ਜਨਰਲ ਅਕਾਊਂਟੈਂਟ ਐਂਡ ਸੀਪੀਏ, ਵਾਟ ਇਜ਼ ਡਿਫਰੈਂਸ, ਬੇਸਿਕ ਨॉलेज ਫॉर द viewers? Yes. Starting same ਹੁੰਦੀ ਹੈ, right? In terms of basic ਜਿਹੜੀ ਤੁਹਾਡੀ knowledge ਹੁੰਦੀ ਹੈ ਉਹ same ਰਹਿੰਦੀ ਹੈ. With CPA you have 6 more years of experience, right? Definitely. That experience also comes with understanding cash flow management. ਤੁਸੀਂ ਪੈਸਿਆਂ ਦਾ ਕੀ ਕਰਨਾ ਹੈ, right? Investments, how you want to invest your money, ਪੈਸਿਆਂ ਦਾ ਕੀ ਕਰਨਾ ਹੈ, right? Other things that you can do with a CPA is signatures, right? Banks ਤੋਂ ਤੁਹਾਨੂੰ ਲੋਨ ਚਾਹੀਦੇ ਆ, you need a CPA to sign it. Yeah, because ਮੈਂ ਕਈ ਅਕਾਊਂਟੈਂਟ ਸੁਣਿਆ ਕਿ ਮੈਂ ਨਾ ਸੀਪੀਏ ਤੋਂ ਕਰਾ ਕੇ ਦਾਂਗਾ, ਹਾਂਜੀ। so I said you are not CPA or you don't have power or what exactly? ਤੇ ਕਨਫਿਊਜ਼ਨ ਰਹਿੰਦੀ ਲੋਕਾਂ ਨੂੰ ਕਿ ਸਾਡਾ ਜਿਹੜਾ ਅਕਾਊਂਟੈਂਟ ਹੈ ਉਹ ਸੀਪੀਏ ਕੋਲ ਆ ਕਿ ਉਹ ਲੈਟਰ ਕਿਹੜੀ ਚਾਹੀਦੀ ਹੈ, ਇਹ ਸੀਪੀਏ ਕਿਉਂ ਨਹੀਂ ਹੈ? ਹਾਂਜੀ, So- ਉਹ certification ਹੁੰਦੀ ਹੈ, it's a Certification. chartered professional accountant, right? So Okay. ਉਹਨਾਂ ਦੀ ਇੱਕ we have to follow certain rules and regulations ਜੀ, ਜੀ। in order to operate, right? Correct. So for us when we sign a document, that's confidence to the banks. Authenticate ਕਰ ਦਿੰਦਾ ਉਹ। Yeah, authenticate ਕਰ ਦਿੰਦਾ ਕਿ whatever we're doing is correct, right? And it allows you to move through processes quicker. So banks prefer a CPA over an accountant. So what your message to our viewers to filing for the tax as early as possible? Yes, please file your taxes earlier. It not only helps you, it helps us too, right? Yeah. Generally, ਤੁਸੀਂ ਆਓਗੇ ਆਪਣੀ filing ਕਰੋਗੇ, it helps us manage your taxes and manage the workload, and also help you plan for the year. And the biggest thing I can say to all the viewers is taxes isn't just once during the year. Visit your accountant or talk to your accountant throughout the year. ਤੁਹਾਨੂੰ ਜ਼ਿਆਦਾ ਪਤਾ ਲੱਗਦਾ ਕਿ ਤੁਹਾਡੇ finances ਦੇ ਨਾਲ ਕੀ ਹੋ ਰਿਹਾ ਹੈ and what you can do better, right, for your financial safety. ਲਾਈਕ ਦਿਵਿਆ ਜੀ ਨੇ ਕਿਹਾ ਜਿੱਦਾਂ ਤੁਸੀਂ ਆਪਣੇ ਜਿਹੜੇ ਅਕਾਊਂਟੈਂਟਸ ਜਾਂ ਸੀਪੀਐਸ ਨੂੰ ਜਾ ਕੇ ਜ਼ਰੂਰ ਮਿਲੋ ਐਂਡ ਵਾਟਸ ਯੂਰ ਇਨਵੈਸਟਮੈਂਟ, ਤੁਹਾਡੇ ਕੋਲ ਕਈ ਵਾਰੀ ਕੁਝ ਕੈਸ਼ ਫਲੋ ਆਇਆ ਹੁੰਦਾ, ਕਈ ਵਾਰੀ ਆਪਾਂ ਨੂੰ ਬੈਕ ਹੋਮ ਤੋਂ ਕੋਈ ਮਨੀ ਆਈ ਹੁੰਦੀ ਹੈ, ਉਹਦਾ ਐਕਚੁਅਲ ਯੂਜ਼ ਕਿੱਦਾਂ ਕਰਨਾ ਉਹ ਇੱਕ ਸਰਟੀਫਾਈਡ ਅਕਾਊਂਟੈਂਟ ਹੀ ਦੱਸ ਸਕਦੇ ਆ ਤੁਹਾਨੂੰ, ਕੋਈ ਸਰਟੀਫਾਈਡ ਪ੍ਰੋਫੈਸ਼ਨਲ ਅਕਾਊਂਟੈਂਟ ਜਿਹੜੇ ਉਹ ਤੁਹਾਨੂੰ ਗਾਈਡ ਬੈਟਰ ਵੇ ਨਾਲ ਕਰ ਸਕਦੇ ਆ। ਸੋ ਕੋਈ ਵੀ ਇਨਫੋਰਮੇਸ਼ਨ ਤੁਸੀਂ ਲੈਣੀ ਹੈ ਆਪਣੇ ਪਰਸਨਲ ਟੈਕਸਿਸ ਬਾਰੇ, ਆਪਣੀ ਕਾਰਪੋਰੇਸ਼ਨ ਬਾਰੇ ਜਾਂ ਆਪਣੀ ਕੰਪਨੀ ਬਾਰੇ, ਯੂ ਕੈਨ ਗੋ ਐਂਡ ਮੀਟ ਦਿਵਿਆ ਐਂਡ ਹਰ ਨੰਬਰ ਇਜ਼ ਔਨ ਸਕਰੀਨ, ਤੁਸੀਂ ਇਹਨਾਂ ਨਾਲ ਕਾਲ ਬੁੱਕ ਕਰਕੇ ਅਪਾਇੰਟਮੈਂਟ ਲੈ ਕੇ ਜਾ ਸਕਦੇ ਹੋ ਐਂਡ ਵਾਟ ਐਵਰ ਯੂ ਨੌਲੇਜ ਵਾਂਟ she can give you that consultancy also, and for you to grow your business we always need an accountant कि पैसे ਦਾ ਅਸੀਂ ਕਰਨਾ ਕੀ ਹੈ। so money management ਲਈ they are the best people who can help us out। ਇਹ ਨਹੀਂ ਕਿ ਸਾਲ ਦੇ ਇੱਕ ਵਾਰੀ ਅਸੀਂ ਜਾ ਕੇ ਟੈਕਸੀ ਫਾਈਲ ਕਰਨਾ, ਉਸ ਤੋਂ ਇਲਾਵਾ ਵੀ ਤੁਸੀਂ ਉਹਨਾਂ ਨੂੰ ਕੰਸਲਟ ਕਰ ਸਕਦੇ ਹੋ ਟਾਈਮ ਟੂ ਟਾਈਮ ਐਜ਼ ਸ਼ੀ ਸੈਡ। ਤੇ ਬਾਕੀ ਹੋਰ ਸੈਸ਼ਨਸ ਲਈ ਵੀ ਅਸੀਂ ਦਿਵਿਆ ਜੀ ਨੂੰ ਜ਼ਰੂਰ ਬੁਲਾਵਾਂਗੇ। ਸੈਂਡ ਯੂਰ ਕੁਐਰੀਜ਼, ਸੈਂਡ ਯੂਰ ਕੁਐਸਚਨ ਟੂ ਅਸ ਐਂਡ ਵਿਲ ਟਰਾਈ ਟੂ ਕੈਚ ਅਪ ਵਿਦ ਹਰ, ਉਹਨਾਂ ਤੋਂ ਆਨਸਰਸ ਲਾਂਗੇ ਲਾਈਵ ਕੈਮਰੇ ਦੇ ਨਾਲ ਬੈਠ ਕੇ। ਦਿਵਿਆ ਜੀ ਥੈਂਕ ਯੂ ਸੋ ਮਚ ਫॉर ਕਮਿੰਗ and hope to see you next time. Thank you. Thank you.